ਸੰਤਾਂ ਦਾ ਉਦਾਰ ਏਮਨਾਬਾਦ ਜਾਣਾ। ਭਾਈ ਬਾਲੇ ਨੇ ਕਿਹਾ, ਮਹਾਰਾਜ ਜੀ, ਗੁਰੂ ਜੀ ਕੋਹੜੀ ਫਕੀਰ ਦਾ ਉਧਾਰ ਕਰਕੇ ਜਦ ਕੁਝ ਦੂਰ ਅੱਗੇ ਗਏ ਤਾਂ ਰਸਤੇ ਵਿੱਚ ਕੁਝ ਗੋਬਿੰਦ ਲੋਕ ਸੰਤ ਲੋਕ ਮਿਲ ਪਏ। ਸਾਰਿਆਂ ਨੇ ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਅਤੇ ਬੈਠ ਕੇ ਬੇਨਤੀ ਕੀਤੀ ਕਿ ਆਪ ਜੀ ਦਾ ਜਸ ਸਾਰੇ ਥਾਈਂ ਸੁਣਿਆ ਹੈ। ਬੜੇ ਸਮੇਂ ਤੋਂ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਸਾਂ, ਪਰ ਅੱਜ ਅਚਾਨਕ ਹੀ ਮਿਲ ਪਏ ਹੋ। ਆਗਿਆ ਕਰੋ ਤਾਂ ਕੁਛ ਪੁੱਛ ਲਈਏ। ਗੁਰੂ ਜੀ ਨੇ ਕਿਹਾ, ਜੋ ਇੱਛਾ ਹੈ ਪੁੱਛੋ। ਸੰਤਾਂ ਨੇ ਕਿਹਾ, ਕਰਤਾਰ ਦੀ ਬਣਾਵਟ ਕੀ ਹੈ, ਰੂਪ ਰੰਗ ਕੀ ਹੈ, ਜਿਸ ਵਾਸਤੇ ਸੁਰ ਨਰ ਤੇ ਮੁਨੀ ਜਨ ਤਪੱਸਿਆ ਕਰਦੇ ਤੇ ਕਠਨ ਘਾਲਣਾ ਘਾਲਦੇ ਹਨ। ਉਸ ਦੀ ਉਤਪਤੀ ਕਿਸ ਤਰ੍ਹਾਂ ਹੋਈ ਸੀ, ਜਾਂ ਕਿ ਉਹ ਆਪਣੇ ਆਪ ਤੋਂ ਹੀ ਬਣ ਗਿਆ ਸੀ। ਗੁਰੂ ਜੀ ਨੇ ਕਿਹਾ, ਹੇ ਸੰਤ ਲੋਕੋ, ਉਸ ਕਰਤਾਰ ਦਾ ਅੰਤ ਨਹੀਂ ਜਾਣਿਆ ਜਾਂਦਾ। ਉਸ ਦਾ ਅੰਤ ਇਹੀ ਹੈ ਕਿ ਉਹ ਬੇਅੰਤ ਹੈ। ਵੇਖੋ, 12 ਮਹੀਨਿਆਂ ਦਾ ਇੱਕ ਵਰ੍ਹਾ ਦੇਵਤਿਆਂ ਦਾ ਇੱਕ ਦਿਨ ਰਾਤ ਹੁੰਦਾ ਹੈ। ਜਦ ਦੇਵਤਿਆਂ ਦਾ 2000 ਯੁੱਗ ਬੀਤ ਜਾਏ ਤਾਂ ਬ੍ਰਹਮਾ ਦਾ ਇੱਕ ਦਿਨ ਰਾਤ ਹੁੰਦਾ ਹੈ। ਇਸ ਤਰ੍ਹਾਂ ਇਸ ਰਾਤ ਦਿਨ ਦੇ ਹਿਸਾਬ ਨਾਲ ਬ੍ਰਹਮਾ ਦੀ ਉਮਰ 100 ਸਾਲ ਹੈ। ਬ੍ਰਹਮਾ ਦੀ ਉਮਰ ਦਾ 100 ਵਰਸ ਵਿਸ਼ਨੂੰ ਦਾ ਇੱਕ ਦਿਨ ਰਾਤ ਹੁੰਦਾ ਹੈ, ਅਤੇ ਇਸ ਦਿਨ ਰਾਤ ਦੇ ਹਿਸਾਬ ਨਾਲ ਵਿਸ਼ਨੂੰ ਦੀ ਆਯੂ 100 ਬਰਸ ਹੈ, ਪਰੰਤੂ ਸ਼ਿਵ ਜੀ ਦਾ ਇਹ ਇੱਕ ਦਿਨ ਰਾਤ ਹੀ ਹੁੰਦਾ ਹੈ। ਇੱਕ ਦਿਨ ਰਾਤ ਅਨੁਸਾਰ ਹੀ ਸ਼ਿਵ ਜੀ ਦੀ ਉਮਰ 100 ਸਾਲ ਹੁੰਦੀ ਹੈ ਅਤੇ ਸ਼ਿਵ ਜੀ ਦੇਹ ਤਿਆਗ ਦਿੰਦਾ ਹੈ। ਇਤਨਾ ਲੰਮਾ ਸਮਾਂ ਮਾਇਆ ਦੀ ਇੱਕ ਨਿਮਖ ਅੱਖ ਦੀ ਝਮਕਣ ਹੁੰਦੀ ਹੈ, ਅਰਥਾਤ ਮਾਇਆ ਦੇ ਇੱਕ ਨਿਮਖ ਵਿੱਚ ਕਈ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਮਰਦੇ ਜੰਮਦੇ ਰਹਿੰਦੇ ਹਨ। ਹੇ ਸੰਤ ਲੋਕੋ, ਜਦ ਮਾਇਆ ਦਾ ਹੀ ਅੰਤ ਨਹੀਂ ਹੈ ਤਾਂ ਉਸ ਦੇ ਪਤੀ ਪਰਮਾਤਮਾ ਦਾ ਅੰਤ ਤਥਾ ਵਰਤੰਤ ਕੌਣ ਕਹਿ ਸਕਦਾ ਹੈ। ਇਹ ਬਚਨ ਕਰਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਗੂਜਰੀ ਮਹੱਲਾ ਪਹਿਲਾ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ, ਤਾਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹੇ ਗੁਬਾਰ। ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਆਧਾਰ, ਜਾ ਕੀ ਭਗਤ ਕਰਹਿ ਜਨ ਪੂਰੇ, ਮੁਨ ਜਨ ਸੇਵਹਿ ਗੁਰ ਵਿਚਾਰ। ਰਹਾਉ। ਰਵ ਸਸ ਦੀਪਕ ਜਾ ਕੇ ਤ੍ਰਿਭਵਨ, ਏਕਾ ਜੋਤ ਮੁਰਾਰ, ਗੁਰਮੁਖ ਹੋਏ ਸੋ ਅਹਨਸ ਨਿਰਮਲ, ਮਨਮੁਖ ਰੈਣ ਅੰਧਾਰ। ਸਿੱਧ ਸਮਾਧ ਕਰਹਿ ਨਿਤ ਝਗਰਾ, ਦੋਹ ਲੋਚਨ ਕਿਆ ਹੇਰੈ, ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗਰ ਨਿਬੇਰੈ। ਸੁਰ ਨਰ ਨਾਥ ਬੇਅੰਤ ਅਜੂਨੀ, ਸਾਚੇ ਮਹਿਲ ਅਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰਹੁ ਨਿਸਤਾਰਾ। ਭਾਵ, ਵਿਸ਼ਨੂੰ ਦੀ ਨਾਭੀ ਕਮਲ ਵਿੱਚੋਂ ਜਦ ਬ੍ਰਹਮਾ ਪੈਦਾ ਹੋਇਆ ਤਾਂ ਉਸ ਨੇ ਬੜੀ ਸੁੰਦਰ ਸੁਰ ਨਾਲ ਵੇਦਾਂ ਦਾ ਪਾਠ ਕੀਤਾ। ਉਹ ਵੀ ਉਸ ਦੇ ਆਰ ਪਾਰ ਦਾ ਅੰਤ ਨਾ ਪਾ ਸਕਿਆ। ਨਾਭੀ ਦੀ ਨਲੀ ਦੇ ਅੰਧੇਰੇ ਵਿੱਚ ਘੁੰਮਦਾ ਰਿਹਾ। ਚੰਦਰ, ਸੂਰਜ ਤੇ ਤ੍ਰਿਲੋਕੀ ਵਿੱਚ ਜਿਸ ਦੀ ਜੋਤ ਪ੍ਰਕਾਸ਼ ਰਹੀ ਹੈ। ਸਿੱਧ ਸਮਾਧੀਆਂ ਲਾ ਕੇ ਮਨ ਨਾਲ ਨਿਤ ਝਗੜਾ ਕਰਦੇ ਹਨ ਤੇ ਦੋਹਾਂ ਅੱਖਾਂ ਨਾਲ ਕੀ ਵੇਖਦੇ ਹਨ, ਜਦ ਉਹਨਾਂ ਦੇ ਅੰਦਰ ਹੀ ਉਸ ਸਰਬ ਵਿਆਪਕ ਦੀ ਜੋਤ ਸਦਾ ਜਗ ਰਹੀ ਹੈ। ਤੁਸੀਂ ਉਸ ਜੋਤੀ ਦਾ ਸਰੂਪ ਦਾ ਰਾਤ ਦਿਨ ਸ਼ਰਧਾ ਤੇ ਪ੍ਰੇਮ ਨਾਲ ਸਿਮਰਨ ਕਰੋ, ਤਦ ਸੁਖੈਨ ਹੀ ਮੁਕਤੀ ਪਾਵੋਗੇ। ਇਹ ਉਪਦੇਸ਼ ਕਰਕੇ ਗੁਰੂ ਜੀ ਅੱਗੇ ਨੂੰ ਚੱਲ ਪਏ। ਗੁਰੂ ਜੀ ਦੇ ਨਾਲ ਹੀ ਪਿੱਛੇ ਪਿੱਛੇ ਸੰਤ ਵੀ ਚੱਲ ਪਏ ਅਤੇ ਬਚਨ ਬਿਲਾਸ ਕਰਦੇ ਹੋਏ ਏਮਨਾਬਾਦ ਨਗਰ ਦੇ ਬਾਹਰ ਗੁਰੂ ਜੀ ਰੋੜਾਂ ਦਾ ਚੌਂਤਰਾ ਬਣਾ ਕੇ ਉੱਪਰ ਬੈਠ ਗਏ ਅਤੇ ਸੰਤ ਆਪ ਜੀ ਦੇ ਪਾਸ ਚੁਫੇਰੇ ਬੈਠ ਗਏ। ਇਸ ਅਸਥਾਨ ਦਾ ਨਾਮ ਅਜੇ ਤੱਕ ਰੋੜੀ ਸਾਹਿਬ ਗੁਰਦੁਆਰਾ ਪ੍ਰਸਿੱਧ ਹੈ। ਬਾਬਰ ਦਾ ਹੱਲਾ। ਫਿਰ ਬਾਲਾ ਜੀ ਨੇ ਕਿਹਾ, ਮਹਾਰਾਜ, ਜਿਸ ਦਿਨ ਗੁਰੂ ਜੀ ਏਮਨਾਬਾਦ ਪਹੁੰਚੇ ਸਨ, ਉਸ ਦਿਨ ਉੱਥੋਂ ਦੇ ਪਠਾਨ ਹਾਕਮ ਦੇ ਘਰ ਵਿਆਹ ਸੀ। ਬੜੀਆਂ ਖੁਸ਼ੀਆਂ ਦੇ ਵਾਜੇ ਵੱਜ ਰਹੇ ਸਨ ਅਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਪਰ ਜਦ ਗੁਰੂ ਜੀ ਨੂੰ ਕਿਸੇ ਅੰਨ ਪਾਣੀ ਨਾ ਪੁੱਛਿਆ ਤਾਂ ਆਪ ਜੀ ਦੇ ਨਾਲ ਜਿਹੜੇ ਸੰਤ ਸਨ, ਉਹਨਾਂ ਨੇ ਕਿਹਾ, ਮਹਾਰਾਜ, ਸਾਨੂੰ ਤਾਂ ਬਹੁਤ ਭੁੱਖ ਲੱਗੀ ਹੈ। ਸਾਰਾ ਦਿਨ ਬੀਤ ਗਿਆ ਹੈ, ਕੁਛ ਖਾਣ ਨੂੰ ਨਹੀਂ ਮਿਲਿਆ। ਜਦ ਰਾਤ ਪਈ ਤਾਂ ਗੁਰੂ ਜੀ ਨੇ ਕਿਹਾ, ਸੰਤੋ, 2 ਜਣੇ ਉੱਠ ਕੇ ਨਗਰ ਵਿੱਚ ਜਾਵੋ ਅਤੇ ਭੋਜਨ ਮੰਗ ਕੇ
ਭੁੱਖ ਨਿਵਰਤ ਕਰ ਲਵੋ। ਫਿਰ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ, ਮਰਦਾਨਾ ਤੂੰ ਵੀ ਸੰਤਾਂ ਦੇ ਨਾਲ ਜਾ ਤੇ ਆਉਂਦਾ ਹੋਇਆ ਭਾਈ ਲਾਲੋ ਨੂੰ ਨਾਲ ਲਈ ਆਉਣਾ। ਪਿੰਡ ਵਿੱਚ ਜਾ ਕੇ ਮਰਦਾਨੇ ਨੇ ਇੱਕ ਪਠਾਨ ਦੇ ਘਰੋਂ ਅੰਨ ਮੰਗਿਆ ਤਾਂ ਕੁਛ ਦੇਣ ਦੀ ਥਾਂ ਉਸ ਘਰ ਵਾਲੇ ਸ਼ਰਾਬੀ ਪਠਾਨ ਨੇ ਅਜਿਹਾ ਧੱਕਾ ਦਿੱਤਾ ਕਿ ਮਰਦਾਨਾ ਉਲਟ ਕੇ ਜਾ ਪਿਆ। ਤਦ ਮਰਦਾਨਾ ਉੱਠ ਕੇ ਭਾਈ ਲਾਲੋ ਦੇ ਘਰ ਚਲਿਆ ਗਿਆ ਅਤੇ ਉਸ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਿਆ। ਲਾਲੋ ਆਪਣੇ ਨਾਲ ਕੁਛ ਭੁੱਜੇ ਹੋਏ ਦਾਣੇ ਗੁਰੂ ਜੀ ਵਾਸਤੇ ਭੇਟਾ ਲੈ ਗਿਆ ਅਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਪਾਸ ਬੈਠ ਗਿਆ। ਤਦ ਮਰਦਾਨੇ ਦੇ ਨਾਲ ਜਾਣ ਵਾਲੇ ਦੋ ਸੰਤਾਂ ਨੇ ਕਿਹਾ, ਮਹਾਰਾਜ, ਇਸ ਨਗਰ ਵਿੱਚ ਨੀਚ ਲੋਕ ਰਹਿੰਦੇ ਹਨ ਜੋ ਕਿਸੇ ਸੰਤ ਸਾਧ ਦਾ ਆਦਰ ਕਰਨ ਦੀ ਥਾਂ ਸਗੋਂ ਨਿਰਾਦਰੀ ਕਰਦੇ ਹਨ। ਮਰਦਾਨੇ ਨੂੰ ਧੱਕਾ ਮਾਰ ਕੇ ਇੱਕ ਸ਼ਰਾਬੀ ਪਠਾਨ ਨੇ ਸੱਟਾਂ ਲਾ ਦਿੱਤੀਆਂ ਹਨ। ਵੇਖੋ ਇਸ ਨੂੰ ਕਿਤਨੀ ਸੱਟ ਲੱਗੀ ਹੈ। ਵਿਚਾਰਾ ਬਹੁਤ ਪੀੜ ਅਨੁਭਵ ਕਰ ਰਿਹਾ ਹੈ। ਸੰਤਾਂ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਇੱਕ ਸ਼ਬਦ ਉਚਾਰਨ ਕੀਤਾ। ਤਿਲਕ ਮਹਿਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲੈ ਕਾਬਲ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜ੍ਹੇ ਸੈਤਾਨ ਵੇ ਲਾਲੋ। ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮਹਿ ਕਰੇ ਖੁਦਾਏ ਵੇ ਲਾਲੋ। ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਭੀ ਲੇਖੇ ਲਾਏ ਵੇ ਲਾਲੋ। ਖੂਨ ਕੇ ਸੋਲੇ ਗਾਵਹਿ ਨਾਨਕ, ਰਤ ਕਾ ਕੂੰਗ ਪਾਏ ਵੇ ਲਾਲੋ। ਅਰਥਾਤ ਗੁਰੂ ਜੀ ਨੇ ਲਾਲੋ ਨੂੰ ਦੱਸਿਆ ਕਿ ਜਿਵੇਂ ਵਾਹਿਗੁਰੂ ਦਾ ਹੁਕਮ ਹੋਇਆ ਹੈ ਤਿਵੇਂ ਹੀ ਮੈਂ ਕਹਿੰਦਾ ਹਾਂ। ਇੱਥੇ ਜਿਹੜੇ ਲੋਕਾਂ ਨੇ ਪਾਪ ਕੀਤੇ ਹਨ ਉਹਨਾਂ ਪਾਪਾਂ ਨੇ ਕਾਬਲ ਵਿੱਚ ਸਰੀਰ ਧਾਰਨ ਕਰ ਲਿਆ ਹੈ ਜੋ ਮੁਗਲ ਰੂਪ ਧਾਰਨ ਕਰਕੇ ਆਵੇਗਾ ਅਤੇ ਇਹਨਾਂ ਪਾਪੀ ਪਠਾਣਾਂ ਨੂੰ ਲੁੱਟੇਗਾ ਪੁੱਟੇਗਾ। ਧਰਮ ਸ਼ਰਮ ਇਹ ਸਮੇਂ ਦੋਵੇਂ ਮਿਟ ਗਏ ਹਨ ਅਤੇ ਝੂਠ ਪ੍ਰਦਾਨ ਹੋਇਆ ਫਿਰਦਾ ਹੈ। ਕਾਜ਼ੀਆਂ ਤੇ ਬ੍ਰਾਹਮਣਾਂ ਦੀ ਕੋਈ ਗੱਲ ਨਹੀਂ ਸੁਣੇਗਾ। ਜੋਰੀ ਜੋਰੀ ਸੁੰਦਰ ਇਸਤਰੀਆਂ ਨੂੰ ਭੋਗਣਗੇ, ਗਰੀਬਾਂ ਨੂੰ ਬਹੁਤ ਦੁੱਖ ਦੇਣਗੇ ਅਤੇ ਲੋਕ ਦੁੱਖਾਂ ਦੇ ਮਾਰੇ ਹੇ ਖੁਦਾ ਕਰਨਗੇ। ਹਿੰਦੂ ਇਸਤਰੀਆਂ ਨੂੰ ਨੀਚ ਲੋਕ ਦੁੱਖ ਦੇਣਗੇ, ਤਦ ਉਹ ਰੋਣਗੀਆਂ ਤੇ ਵੈਣ ਪਾਉਣਗੀਆਂ। ਸ਼ਹਿਰ ਵਿੱਚ ਆਮ ਕਤਲੇਆਮ ਹੋਵੇਗੀ ਤੇ ਖੂਨ ਦੀਆਂ ਨਦੀਆਂ ਚੱਲਣਗੀਆਂ। ਇਹ ਬਚਨ ਸੁਣ ਕੇ ਭਾਈ ਲਾਲੋ ਨੇ ਪੁੱਛਿਆ, ਮਹਾਰਾਜ ਜੀ, ਇਹ ਪਾਣਾ ਕਦੋਂ ਵਰਤੇਗਾ? ਕਦੋਂ ਮੁਗਲ ਆਣ ਕੇ ਲੜਾਈ ਕਰਨਗੇ ਤੇ ਫਿਰ ਕਦ ਤੱਕ ਇਹ ਇੱਥੋਂ ਦਾ ਰਾਜ ਕਰਨਗੇ ਅਤੇ ਫਿਰ ਇੱਥੋਂ ਜਾਣਗੇ ਕਦੋਂ? ਗੁਰੂ ਜੀ ਨੇ ਫਰਮਾਇਆ, ਤਿਲਕ ਮਹੱਲਾ ਪਹਿਲਾ। ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵਖ ਇਕੇਲਾ। ਸੱਚਾ ਸੋ ਸਾਹਿਬ ਸੱਚ ਤਪਾਵਸ, ਸਚੜਾ ਨਿਆਓ ਕਰੇਗ ਮਸੋਲਾ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੋਸਤਾਨ ਸਮਾਲਸੀ ਬੋਲਾ। ਆਵਨ 78 ਜਾਨ 97, ਹੋਰ ਵੀ ਉਠਸੀ ਮਰਦ ਕਾ ਚੇਲਾ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਅਰਥਾਤ ਗੁਰੂ ਨਾਨਕ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਇਹ ਪਠਾਨ ਕਤਲੇਆਮ ਹੋ ਜਾਣਗੇ ਅਤੇ ਸ਼ਹਿਰ ਵਿੱਚ ਲੋਥਾਂ ਦੇ ਢੇਰ ਮਾਸ ਹੀ ਮਾਸ ਹੋਵੇਗਾ, ਲੱਗ ਜਾਣਗੇ। ਇਸ ਤਰ੍ਹਾਂ ਦਾ ਮਸਲਾ ਹੋਵੇਗਾ। ਜਿਸ ਵਾਹਿਗੁਰੂ ਨੇ ਅਨੇਕ ਪ੍ਰਕਾਰ ਦੇ ਰੰਗਾਂ ਦੀ ਸ੍ਰਿਸ਼ਟੀ ਰਚੀ ਹੈ ਉਹ ਆਪ ਇੱਕ ਪਾਸੇ ਹੋ ਕੇ ਸਭ ਕੁਝ ਵੇਖ ਰਿਹਾ ਹੈ। ਉਹ ਸੱਚਾ ਵਾਹਿਗੁਰੂ ਇਸ ਮਸਲੇ ਦੇ ਅਨੁਸਾਰ ਹੀ ਸੱਚਾ ਨਿਆਂ ਕਰੇਗਾ। ਸਰੀਰਾਂ ਦੇ ਖੂਨ ਖਰਾਬੇ ਨਾਲ ਟੁਕੜੇ ਟੁਕੜੇ ਬੋਟੀ ਬੋਟੀ ਹੋ ਜਾਣਗੇ ਤੇ ਹਿੰਦੁਸਤਾਨ ਦੇ ਰਾਜ ਨੂੰ ਆਣ ਕੇ ਮੁਗਲ ਸੰਭਾਲ ਲੈਣਗੇ। ਸੰਮਤ 1578 ਵਿੱਚ ਆਉਣਗੇ ਅਤੇ 1797 ਵਿੱਚ ਜਾਣਗੇ। 279 ਸਾਲ ਇਸ ਧਰਤੀ ਦਾ ਰਾਜ ਕਰਨਗੇ। ਇਹਨਾਂ ਦੇ ਪਿੱਛੋਂ ਖਾਲਸਾ ਹੋਵੇਗਾ ਤੇ ਇਹਨਾਂ ਮੁਗਲਾਂ ਦਾ ਜ਼ੋਰ ਘਟ ਜਾਏਗਾ। ਇਹ ਬਚਨ ਅਸਾਂ ਕਹੇ ਹਨ, ਜਦ ਵਾਪਰਨਗੇ ਤਾਂ ਜਾਣੋਗੇ। ਇਹ ਬਚਨ ਸੁਣ ਕੇ ਇੱਕ ਸਿਆਣੇ ਪੰਡਤ ਨੇ ਪੁੱਛਿਆ, ਮਹਾਰਾਜ, ਇਸ ਕਤਲੇਆਮ ਤੋਂ ਅਸੀਂ ਕਿਸ ਤਰ੍ਹਾਂ ਬਚਾਂਗੇ? ਗੁਰੂ ਜੀ ਨੇ ਕਿਹਾ, ਤੁਸੀਂ ਤੇ ਭਾਈ ਲਾਲੋ ਆਪਣਾ ਪਰਿਵਾਰ ਸੰਭਾਲ ਕੇ ਸ਼ੀਘਰ ਹੀ ਇੱਥੋਂ ਨਿਕਲ ਜਾਵੋ। ਤਦ ਉਹ ਇੱਥੋਂ ਨਿਕਲ 2 ਕੋਹਾਂ ਤੇ ਇੱਕ ਸੁੱਕੇ ਤਲਾਬ ਵਿੱਚ ਜਾ ਬੈਠੇ। ਉਸ ਸਮੇਂ ਬਾਬਰ ਦਾ 50 ਕੋਹਾਂ ਤੇ ਡੇਰਾ ਸੀ। ਉਸ ਨੇ ਦੂਸਰੇ ਦਿਨ ਆਣ ਕੇ ਸਾਰੇ ਨਗਰ ਏਮਨਾਬਾਦ ਨੂੰ ਘੇਰਾ ਪਾ ਲਿਆ। ਦੋਹਾਂ ਪਾਸਿਆਂ ਤੋਂ ਬੰਦੂਕਾਂ ਤੋਪਾਂ ਚੱਲਣ ਲੱਗ ਪਈਆਂ, ਪਰੰਤੂ ਬਾਬਰ ਦੀ ਫੌਜ ਨੇ ਪਠਾਣਾਂ ਨੂੰ ਲੁੱਟ ਮਾਰ ਕੇ ਤਬਾਹ ਕਰ ਦਿੱਤਾ।
ਇਸਤਰੀਆਂ ਅਤੇ ਰਹਿੰਦਿਆਂ ਮਨੁੱਖਾਂ ਨੂੰ ਕੈਦ ਕਰ ਲਿਆ। ਸਾਰੇ ਨਗਰ ਵਿੱਚ ਬਾਬਰ ਦੀ ਦੁਹਾਈ ਫਿਰ ਗਈ ਅਤੇ ਹਾਹਾਕਾਰ ਮਚ ਗਈ। ਇਹ ਸਭ ਕੁਝ ਕਰਕੇ ਬਾਬਰ ਨੇ ਉੱਥੋਂ ਚੱਲ ਕੇ 2 ਕੋਹਾਂ 'ਤੇ ਜਾ ਡੇਰਾ ਕੀਤਾ। ਗੁਰੂ ਜੀ ਨੇ ਕੈਦੀ ਛੁਡਾਉਣੇ। ਬਾਲਾ ਜੀ ਨੇ ਕਿਹਾ, ਸਤਿਗੁਰੂ ਜੀ, ਜਿਵੇਂ ਅੱਗੇ ਬੀਤੀ ਹੁਣ ਕਥਾ ਸੁਣੋ। ਬਾਬਰ ਦੀ ਸੈਨਾ ਨੂੰ ਵੇਖ ਕੇ ਉਹ ਸੰਤ ਤਾਂ ਤਤਛਿਨ ਹੀ ਉੱਥੋਂ ਚਲੇ ਗਏ, ਪਰ ਗੁਰੂ ਜੀ, ਮੈਂ ਤੇ ਮਰਦਾਨਾ ਅਸੀਂ ਤਿੰਨੇ ਉੱਥੇ ਹੀ ਆਪਣੀ ਥਾਂ ਤੇ ਬੈਠੇ ਰਹੇ। ਉਸ ਸਮੇਂ ਇੱਕ ਮੁਗਲ ਸਿਪਾਹੀ ਨੇ ਸਾਨੂੰ ਆਣ ਕੇ ਵਗਾਰੀ ਫੜ ਲਿਆ। ਮਰਦਾਨੇ ਨੂੰ ਇੱਕ ਘੋੜਾ ਫੜਾ ਦਿੱਤਾ, ਮੇਰੇ ਸਿਰ ਤੇ ਇੱਕ ਪੰਡ ਰੱਖ ਦਿੱਤੀ। ਪਰ ਜਦ ਗੁਰੂ ਜੀ ਦੇ ਸਿਰ ਤੇ ਪੰਡ ਰੱਖਣ ਲੱਗੇ ਤਾਂ ਉਹ ਆਪ ਜੀ ਦੇ ਸਿਰ ਤੋਂ ਇੱਕ ਹੱਥ ਉੱਚੀ ਰਹੀ, ਸਿਰ ਦੇ ਨਾਲ ਨਾ ਲੱਗੀ। ਇਸ ਤਰ੍ਹਾਂ ਹੋਰ ਕੈਦੀਆਂ ਦੇ ਨਾਲ ਅਸੀਂ ਵੀ ਤੁਰ ਪਏ। ਰਸਤੇ ਵਿੱਚ ਜਦ ਇੱਕ ਥਾਂ ਬੈਠੇ ਤਾਂ ਗੁਰੂ ਜੀ ਨੇ ਕਿਹਾ, ਮਰਦਾਨਾ, ਰਬਾਬ ਵਜਾ। ਮਰਦਾਨੇ ਨੇ ਕਿਹਾ, ਮੈਂ ਤਾਂ ਘੋੜਾ ਫੜਿਆ ਹੋਇਆ ਹੈ, ਰਬਾਬ ਕਿਸ ਤਰ੍ਹਾਂ ਵਜਾਵਾਂ। ਗੁਰੂ ਜੀ ਨੇ ਕਿਹਾ, ਵਾਹਿਗੁਰੂ ਆਖ ਕੇ ਘੋੜਾ ਛੱਡ ਦਿਓ, ਕਿਤੇ ਨਹੀਂ ਜਾਏਗਾ। ਜਦ ਮਰਦਾਨਾ ਘੋੜਾ ਛੱਡ ਕੇ ਰਬਾਬ ਵਜਾਉਣ ਲੱਗ ਪਿਆ ਤਾਂ ਗੁਰੂ ਜੀ ਨੇ ਉੱਚੀ ਸੁਰ ਨਾਲ ਇਹ ਸ਼ਬਦ ਪੜ੍ਹਿਆ। ਆਸਾ ਮਹੱਲਾ ਪਹਿਲਾ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਪੈ ਦੋਸ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨ ਆਇਆ। ਕਰਤਾ ਤੂੰ ਸਭਨਾ ਕਾ ਸੋਈ, ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨ ਰੋਸ ਨ ਹੋਈ। ਰਹਾਉ। ਸਕਤਾ ਸਿਹ ਮਾਰੇ ਪੈ ਵੱਗੈ, ਖਸਮੇ ਸਾ ਪੁਰਸਾਈ। ਰਤਨ ਵਿਗਾੜ ਵਿਗੋਏ ਕੁਤੀ, ਮੋਇਆ ਸਾਰ ਨ ਕਾਈ। ਆਪੇ ਜੋੜ ਵਿਛੋੜੇ ਆਪੇ, ਵੇਖ ਤੇਰੀ ਵਡਿਆਈ। ਜੇ ਕੋ ਨਾਉ ਧਰਾਏ ਵਡਾ, ਸਾਧ ਕਰੇ ਮਨ ਭਾਣੇ। ਖਸਮੇ ਨਦਰੀ ਕੀੜਾ ਆਵੇ, ਜੇਤੇ ਚੁਗੇ ਦਾਣੇ। ਮਰ ਮਰ ਜੀਵੇ ਤਾਂ ਕਿਛ ਪਾਏ, ਨਾਨਕ ਨਾਮ ਵਖਾਣੇ। ਅਰਥਾਤ, ਹੇ ਵਾਹਿਗੁਰੂ, ਤੂੰ ਜਮ ਰੂਪ ਧਾਰਨ ਕਰਕੇ ਮੁਗਲ ਬਾਬਰ ਨੂੰ ਚੜਾਇਆ ਹੈ। ਤੂੰ ਖੁਰਾਸਾਨ ਨੂੰ ਅਪਣਾਇਆ ਹੈ ਤੇ ਹਿੰਦੁਸਤਾਨ ਨੂੰ ਡਰਾਇਆ ਹੈ। ਤੂੰ ਆਪਣੇ ਸਿਰ ਕੋਈ ਦੋਸ਼ ਨਹੀਂ ਲੈਂਦਾ। ਲੋਕਾਂ ਨੂੰ ਇਤਨੀ ਮਾਰ ਪਈ ਤੇ ਉਹਨਾਂ ਨੂੰ ਵਿਰਲਾਪ ਕਰਦਿਆਂ ਨੂੰ ਵੇਖ ਕੇ ਤੈਨੂੰ ਕੋਈ ਤਰਸ ਨਹੀਂ ਆਇਆ। ਸਾਰਿਆਂ ਦਾ ਤੂੰ ਆਪ ਹੀ ਹੈ, ਫੇਰ ਇਹ ਗੱਲ ਕਿਉਂ ਹੋਈ? ਹਾਂ, ਜੇਕਰ ਤਕੜੇ ਨੂੰ ਤਕੜਾ ਮਾਰੇ ਤਾਂ ਫੇਰ ਕੋਈ ਰੋਸ ਨਹੀਂ ਹੁੰਦਾ, ਪਰ ਜਦ ਤਕੜਾ ਸ਼ੇਰ ਗਊਆਂ ਦੇ ਵੱਗ ਉੱਤੇ ਪੈ ਜਾਵੇ ਤਾਂ ਉਹਨਾਂ ਦਾ ਮਾਲਕ ਉਹਨਾਂ ਦੀ ਖਬਰ ਲੈਂਦਾ ਹੈ। ਆਪਣਾ ਰਤਨ ਰੂਪੀ ਮਨੁੱਖਾ ਜਨਮ ਇਹਨਾਂ ਪਠਾਣਾ ਕੁੱਤਿਆਂ ਨੇ ਵਿਗਾੜ ਕੇ ਖਰਾਬ ਕੀਤਾ ਹੈ। ਮਰ ਗਿਆਂ ਦੀ ਕਿਸੇ ਸਾਰ ਵੀ ਨਹੀਂ ਲੈਣੀ। ਹੇ ਵਾਹਿਗੁਰੂ, ਤੂੰ ਆਪੇ ਹੀ ਜੋੜਨਾ ਤੇ ਵਿਛੋੜਨਾ ਕਰਦਾ ਹੈ। ਜੇ ਕੋਈ ਆਪਣਾ ਵੱਡਾ ਨਾਮ ਰਖਾ ਕੇ ਮਨ ਮਰਜ਼ੀ ਦੇ ਪੁੱਠੇ ਕੰਮ ਕਰਦਾ ਰਹੇ ਤਾਂ ਉਹ ਮਾਲਕ ਦੀ ਨਜ਼ਰ ਵਿੱਚ ਇੱਕ ਕੀੜੇ ਤੁੱਲ ਤੁੱਛ ਜੀਵ ਹੁੰਦਾ ਹੈ। ਜੇਕਰ ਆਪਣੇ ਮਨ ਨੂੰ ਮਾਰ ਕੇ ਜਿਊਣ ਕਰੇ, ਫਿਰ ਕੁਝ ਵਾਹਿਗੁਰੂ ਨਾਮ ਦੀ ਪ੍ਰਾਪਤੀ ਕਰਦਾ ਹੈ। ਇਹ ਸ਼ਬਦ ਸੁਣ ਕੇ ਉਸ ਮੁਗਲ ਪਠਾਨ ਦਾ ਮਨ ਨੀਵਾਂ ਹੋ ਗਿਆ ਤੇ ਉਸ ਨੇ ਬਾਬਰ ਨੂੰ ਜਾ ਕੇ ਦੱਸਿਆ ਕਿ ਅਸਾਂ ਇੱਕ ਸਾਧੂ ਬੜਾ ਕਰਾਮਾਤੀ ਵੇਖਿਆ ਹੈ। ਅਸਾਂ ਉਸ ਦੇ ਸਿਰ ਤੇ ਪੰਡ ਰੱਖੀ ਸੀ ਤਾਂ ਉਹ ਪੰਡ ਇੱਕ ਹੱਥ ਪਰ ਉਸ ਦੇ ਸਿਰ ਤੋਂ ਉੱਚੀ ਰਹੀ ਸੀ। ਹੋਰ ਉਹ ਬਚਨ ਵੀ ਬੜੇ ਚੰਗੇ ਕਰਦਾ ਹੈ, ਆਪ ਉਸ ਨੂੰ ਜ਼ਰੂਰ ਵੇਖੋ। ਇੱਧਰ ਸਭ ਕੈਦੀਆਂ ਨੂੰ ਜਦ ਆਟਾ ਪੀਸਣ ਵਾਸਤੇ ਚੱਕੀਆਂ ਦਿੱਤੀਆਂ ਗਈਆਂ ਤਾਂ ਮੈਂ ਤੇ ਮਰਦਾਨਾ ਵੀ ਦਾਣੇ ਪੀਸਣ ਲੱਗ ਪਏ, ਪਰੰਤੂ ਗੁਰੂ ਜੀ ਦੀ ਚੱਕੀ ਹੱਥ ਲਾਏ ਤੋਂ ਬਿਨਾਂ ਆਪੇ ਹੀ ਚੱਲਣ ਲੱਗ ਪਈ। ਗੁਰੂ ਜੀ ਹੱਥ ਨਾਲ ਦਾਣੇ ਪਾਈ ਜਾਂਦੇ ਤੇ ਚੱਕੀ ਆਪੇ ਹੀ ਚੱਲ ਕੇ ਦਾਣੇ ਦਲੀ ਜਾਂਦੀ। ਇਤਨੇ ਨੂੰ ਬਾਬਰ ਵੀ ਆ ਗਿਆ। ਉਹ ਗੁਰੂ ਜੀ ਦੀ ਚੱਕੀ ਆਪਣੇ ਆਪ ਹੀ ਚੱਲਦੀ ਵੇਖ ਕੇ ਬੜਾ ਹੈਰਾਨ ਹੋ ਕੇ ਉੱਥੇ ਹੀ ਖੜਾ ਹੋ ਗਿਆ। ਉਸ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਜਿਸ ਨੂੰ ਵੇਖ ਕੇ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਰਾਗ ਆਸਾ ਮਹੱਲਾ ਪਹਿਲਾ, ਅਸ਼ਟਪਦੀਆ। ਜਿਨ ਸਿਰ ਸੋਹਣ ਪਟੀਆਂ ਮਾਂਗੀ ਪਾਏ ਸੰਦੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ। ਮਹਿਲਾ ਅੰਦਰ ਹੋਂਦੀਆਂ ਹੁਣ ਬਹਿਣ ਨਾ ਮਿਲਣ ਹਦੂਰ, ਆਦੇਸ ਬਾਬਾ ਆਦੇਸ। ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖੈ ਵੇਸ। ਰਹਾਉ। ਜਦੋਂ ਸਿਆ ਵਿਆਹੀਆਂ ਲਾੜੇ ਸੋਹਣ ਪਾਸ, ਹਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ।
ਉਪਰਹਿ ਪਾਣੀ ਵਾਰੀਐ ਚੱਲੇ ਚਿਮਕਨ ਪਾਸ। 1 ਲੱਖ ਲਹਿਨ ਬਹੇਠੀਆਂ ਲੱਖ ਲਹਿਨ ਖੜੀਆਂ, ਗਰੀ ਛੁਹਾਰੇ ਖਾਂਦੀਆਂ ਮਾਣਨ ਸੇਜੜੀਆਂ। 3 ਗਲ ਸਿਲਕਾ ਪਾਈਆਂ ਟੁੱਟਨ ਮੋਤ ਸਰੀਆਂ, ਧਨ ਜੋਬਨ ਦੋਏ ਵੈਰੀ ਹੋਏ ਜਿਨੀ ਰਖੇ ਰੰਗ ਲਾਏ। ਦੂਤਾ ਨੌ ਫਰਮਾਇਆ ਲੈ ਚਲੇ ਪਤ ਗਵਾਏ, ਜੇ ਤਿਸ ਭਾਵੇ ਦੇ ਵਡਿਆਈ ਜੇ ਭਾਵੇ ਦੇਈ ਸਜਾਏ। ਅੱਗੋ ਦੇ ਜੇ ਚੇਤੀਏ ਤਾ ਕਾਇਤ ਮਿਲੇ ਸਜਾਏ। ਸਾਹਾਂ ਸੁਰਤ ਕਵਾਈਆਂ ਰੰਗ ਤਮਾਸੇ ਚਾਏ, ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਇਕ ਨਾ ਵਕਤ ਖੁਆਈ ਹੈ ਇਕ ਨਾ ਪੂਜਾ ਜਾਏ, ਚੌਂਕੇ ਵਿਣ ਹਿੰਦਾਵਣੀਆਂ ਕਿਉਂ ਟਿਕੇ ਕੱਢੈ ਨਾਏ। ਰਾਮ ਨਾ ਕਭੂ ਚੇਤਿਓ ਹੁਣ ਕਹਿਣ ਨਾ ਮਿਲੇ ਖੁਦਾਏ, ਇਕ ਘਰ ਆਵਹਿ ਆਪਣੇ ਇਕ ਮਿਲ ਮਿਲ ਪੁੱਛੇ ਸੁਖ। ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵਹਿ ਦੁਖ, ਜੋ ਤਿਸ ਭਾਵੇ ਸੋ ਥੀਏ ਨਾਨਕ ਕਿਆ ਮਾਨੁਖ। ਭਾਵ ਜੋ ਕੁਝ ਉਪਦਰਵ ਤੇ ਜ਼ੁਲਮ ਬਾਬਰ ਦੀ ਫੌਜ ਨੇ ਏਮਨਾਬਾਦ ਵਿੱਚ ਬਹੁ ਬੇਟੀਆਂ ਅਤੇ ਵੱਡੇ ਘਰਾਂ ਦੀਆਂ ਇਸਤਰੀਆਂ ਨਾਲ ਕੀਤਾ ਸੀ, ਉਸ ਦਾ ਵਰਣਨ ਕਰਕੇ ਦੱਸਿਆ ਹੈ ਕਿ ਪ੍ਰਮਾਤਮਾ ਬੇਅੰਤ ਹੈ, ਜਿਸ ਨੇ ਘੜੀ ਪਹਿਰ ਵਿੱਚ ਹੀ ਖੁਸ਼ੀਆਂ ਤੇ ਆਨੰਦ ਮਾਣਦੇ ਹੋਏ ਸ਼ਹਿਰ ਵਾਸੀ ਇਸਤਰੀ ਪੁਰਸ਼ ਨੂੰ ਮਿੱਟੀ ਨਾਲ ਮਿਲਾ ਦਿੱਤਾ ਅਤੇ ਸ਼ਹਿਰ ਨੂੰ ਢਾਹ ਢੇਰੀ ਕੀਤਾ। ਜੋ ਕਾਰ ਵਾਹਿਗੁਰੂ ਨੂੰ ਭਾਉਂਦੀ ਹੈ ਉਹ ਹੁੰਦੀ ਹੈ। ਇਹਨਾਂ ਲੋਕਾਂ ਦੇ ਕਰਮ ਹੀ ਐਸੇ ਸਨ, ਤੇਰੇ ਕੁਝ ਵਸ ਨਹੀਂ। ਜਦ ਇਹ ਸ਼ਬਦ ਅਰਥਾਂ ਸਹਿਤ ਬਾਬਰ ਨੇ ਸੁਣਿਆ, ਉਸ ਨੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਕਿਹਾ ਕਿ ਮੈਨੂੰ ਕਰਾਮਾਤ ਵਿਖਾਓ। ਆਪ ਪਰਮੇਸ਼ਰ ਦੇ ਪਿਆਰੇ ਤਥਾ ਪਰਮੇਸ਼ਰ ਦਾ ਰੂਪ ਹੀ ਹੋ। ਤਦ ਗੁਰੂ ਜੀ ਨੇ ਕਿਹਾ, ਕਰਾਮਾਤ ਕਹਿਰ ਹੈ, ਜੇ ਤੂੰ ਵੇਖਣੀ ਹੋਵੇ ਤਾਂ ਦੱਸ ਦੇ। ਹਾਂ। ਬਾਬਰ ਨੇ ਆਪ ਜੀ ਨੂੰ ਬੇਪਰਵਾਹ ਦਰਵੇਸ਼ ਸਮਝ ਕੇ ਕਿ ਇਸ ਨੂੰ ਕੋਈ ਲਾਲਚ ਨਹੀਂ ਹੈ, ਆਪ ਜੀ ਦੇ ਅੱਗੇ ਭੰਗ ਭੇਟਾ ਰੱਖ ਦਿੱਤੀ। ਭੰਗ ਨੂੰ ਵੇਖ ਕੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਤਿਲਕ ਮਹੱਲਾ ਪਹਿਲਾ, ਘਰ ਦੂਜਾ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾ ਨਾ ਭਇਆ ਅਤੀਤ। ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮਾਂਗੋ ਨੀਤਾ ਨੀਤ। ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮਾਂਗਤ ਭੀਖਿਆ ਪਾਏ ਰਹਾਓ। ਕੇਸਰ ਕੁਸਮ ਮਿਰਗਮੈ, ਹਰਣਾ ਸਰਬ ਸਰੀਰੀ ਚੜ੍ਹਨਾ। ਚੰਦਨ ਭਗਤਾ ਜੋਤ ਇਨੇਹੀ, ਸਰਬੇ ਪਰਮਲ ਕਰਣਾ। ਕੀ ਪਟ ਭਾਂਡਾ ਕਹੇ ਨ ਕੋਏ, ਐਸਾ ਭਗਤ ਵਰਨ ਮਹਿ ਹੋਏ। ਤੇਰੇ ਨਾਮ ਨਿਵੇਂ ਰਹੇ ਲਿਵ ਲਾਏ, ਨਾਨਕ ਤਿਨ ਦਰ ਭੀਖਿਆ ਪਾਏ। ਭਾਵ ਹੇ ਬਾਦਸ਼ਾਹ, ਸਾਡੇ ਪਾਸ ਪਰਮੇਸ਼ਰ ਦੇ ਭਾਉਂਦੀ ਭੰਗ ਜੋ ਅਸਾਂ ਆਪਣੇ ਚਿੱਤ ਰੂਪੀ ਗੁੱਥੀ ਵਿੱਚ ਪਾਈ ਹੋਈ ਹੈ, ਉਸ ਨੂੰ ਪੀ ਕੇ ਮੈਂ ਦੀਵਾਨਾ ਹੋ ਕੇ ਅਤੀਤ ਰਹਿੰਦਾ ਹਾਂ। ਭੰਗ ਪੀਣ ਵਾਸਤੇ ਹੱਥਾਂ ਦਾ ਕਾਸਾ ਹੈ ਅਤੇ ਉਸ ਪ੍ਰਭੂ ਦੇ ਦਰਸ਼ਨਾਂ ਦੀ ਭੁੱਖ ਹੈ ਜੋ ਸਦਾ ਹੀ ਉਸ ਤੋਂ ਮੰਗਦਾ ਰਹਿੰਦਾ ਹਾਂ। ਮੈਨੂੰ ਉਸ ਦੇ ਦਰਸ਼ਨਾਂ ਦੀ ਇੱਛਾ ਹੈ, ਮੈਨੂੰ ਆਪਣੇ ਨਾਮ ਦੀ ਪ੍ਰਭੂ ਭਿੱਛਿਆ ਦੇਵੇ। ਕੇਸਰ, ਫੁੱਲ, ਕਸਤੂਰੀ ਅਤੇ ਹਰਨ ਦੀ ਖੱਲ ਸਾਰੇ ਸਰੀਰਾਂ ਨਾਲ ਲੱਗਦੇ ਹਨ ਪਰ ਅਪਵਿੱਤਰ ਨਹੀਂ ਹੁੰਦੇ। ਇਸ ਤਰ੍ਹਾਂ ਹੀ ਚੰਦਨ ਤੇ ਭਗਤਾਂ ਦੀ ਗੱਲ ਹੈ ਜੋ ਸਭ ਨੂੰ ਜੋ ਉਹਨਾਂ ਦੇ ਲਾਗੇ ਲਾਗੇ ਆਪਣਾ ਵਰਗਾ ਹੀ ਸੁਗੰਧਿਤ ਕਰ ਦਿੰਦੇ ਹਨ। ਜਿਵੇਂ ਘਿਓ ਅਤੇ ਰੇਸ਼ਮ ਨੂੰ ਕੋਈ ਪਿੱਟਣ ਨਹੀਂ ਕਹਿੰਦਾ, ਇਸ ਤਰ੍ਹਾਂ ਹੀ ਭਗਤ ਭਾਵੇਂ ਕਿਸੇ ਜਾਤੀ ਵਿੱਚ ਹੋਵੇ ਉਹ ਉੱਤਮ ਹੀ ਹੈ। ਤੇਰੇ ਨਾਮ ਵਿੱਚ ਲੱਗ ਕੇ ਜਿਹੜਾ ਨਿਮਰਤਾ ਧਾਰਨ ਕਰਦਾ ਹੈ, ਹੇ ਵਾਹਿਗੁਰੂ, ਮੈਨੂੰ ਉਹਨਾਂ ਦੇ ਦਰ ਤੋਂ ਪਿੱਛਾ ਪ੍ਰਾਪਤ ਹੋਵੇ। ਇਹ ਬਚਨ ਸੁਣ ਕੇ ਬਾਬਰ ਨੇ ਬੇਨਤੀ ਕੀਤੀ ਕਿ ਮੇਰੇ ਤੇ ਬਖਸ਼ਿਸ਼ ਕਰੋ, ਮੇਰੀ ਬਾਦਸ਼ਾਹੀ ਕਾਇਮ ਰਹੇ। ਗੁਰੂ ਜੀ ਨੇ ਕਿਹਾ, ਹੇ ਬਾਦਸ਼ਾਹ, ਖੁਦਾ ਦੇ ਬੰਦਿਆਂ ਉੱਤੇ ਜ਼ੁਲਮ ਕਰਨਾ ਛੱਡ ਦਿਓ। ਜੋ ਲੋਕ ਕੈਦੀ ਕੀਤੇ ਹੋਏ ਹਨ ਉਹਨਾਂ ਨੂੰ ਛੱਡ ਦਿਓ। ਜਿਤਨਾ ਚਿਰ ਤੂੰ ਹੱਕ ਨਿਆਂ ਦਾ ਰਾਜ ਕਰੇਂਗਾ, ਪ੍ਰਜਾ ਨੂੰ ਸੁਖੀ ਰੱਖੇਂਗਾ, ਤਦੋਂ ਤੱਕ ਤੇਰੀ ਔਲਾਦ ਪੁੱਤਰ ਪੋਤਰੇ ਰਾਜ ਕਰਦੇ ਰਹਿਣਗੇ। ਪਰ ਜਦ ਜ਼ੋਰ ਜ਼ੁਲਮ ਦਾ ਰਾਜ ਕਰੋਗੇ, ਸਾਰੇ ਅਧਰਮ ਫੈਲ ਜਾਵੇਗਾ ਤਾਂ ਤੁਹਾਡਾ ਰਾਜ ਨਸ਼ਟ ਹੋ ਜਾਏਗਾ। ਜਦ ਗੁਰੂ ਜੀ ਦਾ ਹੁਕਮ ਮੰਨ ਕੇ ਬਾਬਰ ਨੇ ਸਭ ਕੈਦੀ ਛੱਡ ਦਿੱਤੇ ਤਾਂ ਉਹ ਗੁਰੂ ਜੀ ਦਾ ਪਰ ਉਪਕਾਰ ਸਮਝ ਕੇ ਗੁਰੂ ਜੀ ਨੂੰ ਨਾਲ ਲੈ ਕੇ ਵਾਪਸ ਏਮਨਾਬਾਦ ਆ ਗਏ। ਜਦ ਗੁਰੂ ਜੀ ਨੇ ਨਗਰ ਉਜੜਿਆ ਤੇ ਤਬਾਹ ਹੋਇਆ ਵੇਖਿਆ ਤਾਂ ਆਪ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਆਸਾ ਮਹਿਲਾ ਪਹਿਲਾ।
कहा सु खेल तबेला कोड़े कहा पेरी सहनाई, कहा सु तेग बंद गाडे रड़ कहा सु लाल कवाई, कहा सु आरसिया मोह बंके ऐथे दिसे नाही, ਇਹ ਜਗ ਤੇਰਾ ਤੂੰ ਗੋਸਾਈ, ਏਕ ਘੜੀ ਮਹਿ ਥਪ ਉਥਾਪੇ ਜਰ ਵੰਡ ਦੇਵੇ ਭਾਈ ਰਹਾਉ, ਕਹਾਂ ਸੂ ਘਰ ਦਰ ਮੰਡਪ ਮਹਿਲਾ ਕਹਾਂ ਸੂ ਬੰਕ ਸਰਾਈ, ਕਹਾਂ ਸੂ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ, ਕਹਾਂ ਸੂ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ, ਇਸ ਜਰ ਕਾਰਣ ਘਣੀ ਵਿਗੂਤੀ ਇਨੀ ਜਰ ਘਣੀ ਖੁਆਈ, ਪਾਪਾ ਬਾਜੋ ਹੋਵੇ ਨਾਹੀ ਮੋਇਆ ਸਾਥ ਨ ਜਾਈ, ਜਿਸਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ, ਕੋਟੀ ਹੂ ਪੀਰ ਵਰਜ ਰਹਾਏ ਜਾ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ ਮੁਚ ਮੁਚ ਕੋਇਰ ਰੁਲਾਇਆ, ਕੋਈ ਮੁਗਲ ਨਾ ਹੁਆ ਅੰਦਾ ਕਿਨੇ ਨਾ ਪਰਚਾ ਲਾਇਆ। ਭਾਵ ਹੇ ਅਕਾਲ ਪੁਰਖ ਤੇਰੀ ਬੇਅੰਤ ਮਹਿਮਾ ਹੈ। ਉਹ ਖੇਡਾਂ ਤੇ ਤਬੇਲਿਆਂ ਵਿੱਚ ਹਿਣਕਣ ਵਾਲੇ ਘੋੜੇ ਤੇ ਵਾਜੇ ਨਫੀਰੀਆਂ ਕਿੱਥੇ ਹਨ? ਕਿੱਥੇ ਹਨ ਸਨਦ ਬੰਦ ਮਹਾਰਥੀ ਸੂਰਮੇ ਤੇ ਕਿੱਥੇ ਹਨ ਉਹ ਖੁਸ਼ੀ ਨਾਲ ਪਹਿਨਣ ਵਾਲੀਆਂ ਲਾਲ ਪੁਸ਼ਾਕਾਂ? ਕਿੱਥੇ ਉਹ ਸੁੰਦਰ ਮੂੰਹ ਸ਼ੀਸ਼ਿਆਂ ਵਿੱਚ ਵੇਖਣ ਵਾਲੇ? ਹੁਣ ਉਹ ਇੱਥੇ ਦਿਸਦੇ ਨਹੀਂ ਹਨ। ਹੇ ਮੇਰੇ ਮਾਲਕ, ਇਹ ਜਗਤ ਤੇਰੀ ਰਚਨਾ ਹੈ। ਇੱਕ ਘੜੀ ਵਿੱਚ ਹੀ ਇਸ ਨੂੰ ਸਿਰਜ ਕੇ ਤੂੰ ਨਾਸ ਕਰ ਦਿੰਦਾ ਹੈ ਅਤੇ ਧਨ ਦੌਲਤ ਦੂਜਿਆਂ ਨੂੰ ਦੇ ਦਿੰਦਾ ਹੈ। ਉਹ ਸੁੰਦਰ ਮਹਿਲ ਤੇ ਸਰਾਵਾਂ ਕਿੱਥੇ ਹਨ? ਉਹ ਸੁੱਖਾਂ ਵਾਲੀਆਂ ਸੇਜਾਂ ਉੱਤੇ ਸੌਣ ਵਾਲੀਆਂ ਇਸਤਰੀਆਂ ਕਿੱਥੇ ਹਨ ਜਿਨ੍ਹਾਂ ਨੂੰ ਵੇਖ ਕੇ ਨੀਂਦ ਨਹੀਂ ਪੈਂਦੀ ਸੀ? ਕਿੱਥੇ ਹਨ ਉਹ ਪਾਨਾਂ ਦੇ ਬੀੜੇ ਖਾਣ ਵਾਲੀਆਂ ਤੇ ਪਰਦੇ ਵਿੱਚ ਰਹਿਣ ਵਾਲੀਆਂ ਸੁੰਦਰ ਇਸਤਰੀਆਂ ਜੋ ਪਰਛਾਵੇਂ ਵਾਂਗ ਲੋਪ ਹੋ ਗਈਆਂ ਹਨ? ਇਸ ਧਨ ਵਾਸਤੇ ਬਹੁਤ ਸ੍ਰਿਸ਼ਟੀ ਖਰਾਬ ਹੋਈ ਹੈ ਅਤੇ ਬਹੁਤ ਇਸ ਨੇ ਆਪਣੇ ਵਿੱਚ ਭੁਲਾਈ ਹੋਈ ਹੈ। ਇਹ ਦੌਲਤ ਪਾਪ ਕੀਤਿਆਂ ਬਿਨਾਂ ਇਕੱਠੀ ਨਹੀਂ ਹੁੰਦੀ ਅਤੇ ਮਰਨ ਉਪਰੰਤ ਇਹ ਨਾਲ ਨਹੀਂ ਜਾਂਦੀ। ਜੇ ਇਸ ਨੂੰ ਅਕਾਲ ਪੁਰਖ ਆਪ ਭੁਲਾਉਂਦਾ ਕੁਰਾਹੇ ਪਾਉਂਦਾ ਹੈ, ਉਸ ਦੀ ਵਡਿਆਈ ਖੋਹ ਲੈਂਦਾ ਹੈ। ਕਰੋੜਾਂ ਹੀ ਮੁੱਲਾ ਮੁਲਾਣੇ ਬਾਬਰ ਦੇ ਆਉਣ ਨੂੰ ਮੰਤਰਾਂ ਜੰਤਰਾਂ ਨਾਲ ਰੋਕ ਰਹੇ, ਪਰ ਉਸ ਨੇ ਆਣ ਕੇ ਪੱਕੇ ਮੰਦਰ ਤੇ ਧਰਮ ਅਸਥਾਨਾਂ ਨੂੰ ਸਾੜ ਦਿੱਤਾ ਅਤੇ ਮਾਸੂਮ ਬੱਚਿਆਂ ਨੂੰ ਟੁਕੜੇ ਟੁਕੜੇ ਕਰਕੇ ਧਰਤੀ ਤੇ ਰੋਲਿਆ। ਮੁਲਾਣਿਆਂ ਦੇ ਮੰਤਰਾਂ ਜੰਤਰਾਂ ਕਰਕੇ ਕੋਈ ਵੀ ਮੁਗਲ ਅੰਨਾ ਨਾ ਹੋਇਆ। ਕਿਸੇ ਨੇ ਵੀ ਮੰਤਰ ਨੇ ਚਮਤਕਾਰ ਨਾ ਵਿਖਾਲਿਆ। ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ, ਜਿਨ ਕੀ ਚੀਰੀ ਦਰਗਹਿ ਪਾਟੀ ਤਿਨਾ ਮਰਣਾ ਭਾਈ, ਇੱਕ ਹਿੰਦਵਾਣੀ ਅਵੜ ਤੁਰਕਾਣੀ ਪਟਿਆਣੀ ਠਕੁਰਾਣੀ, ਇੱਕ ਨਾ ਪੇਰਣ ਸਿਰ ਖੁਰ ਪਾਟੇ ਇੱਕ ਨਾ ਵਾਸ ਮਸਾਣੀ, ਜਿਨ੍ਹਾਂ ਕੇ ਬੰਕੇ ਘਰੀ ਨਾ ਆਇਆ ਤਿਨ ਕਿਉਂ ਰਹਿਣ ਵਿਹਾਣੀ, ਆਪੇ ਕਰੇ ਕਰਾਏ ਕਰਤਾ ਕਿਸਨੂੰ ਆਖ ਸੁਣਾਈਐ, ਦੁੱਖ ਸੁਖ ਤੇਰੇ ਪਾੜੇ ਹੋਵੈ ਕਿਸ ਥੈ ਜਾਏ ਰਵਾਈਐ, ਹੁਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ। ਭਾਵ ਮੁਗਲਾਂ ਤੇ ਪਠਾਣਾਂ ਦੀ ਲੜਾਈ ਹੋਈ ਤੇ ਤਲਵਾਰਾਂ ਚੱਲੀਆਂ। ਉਹਨਾਂ ਮੁਗਲਾਂ ਨੇ ਬੰਦੂਕਾਂ ਤੇ ਤੋਪਾਂ ਚਲਾਈਆਂ ਅਤੇ ਪਠਾਣਾਂ ਨੇ ਅੱਗੋਂ ਹਾਥੀਆਂ ਨੂੰ ਸਾਹਮਣੇ ਕਰ ਦਿੱਤਾ। ਜਿਨ੍ਹਾਂ ਦੀ ਚਿੱਠੀ ਦਰਗਾਹੋਂ ਹੀ ਪਾਟ ਗਈ ਸੀ ਉਹ ਮਾਰੇ ਗਏ। ਹਿੰਦੂ ਤੁਰਕ ਆਦਿ ਇਸਤਰੀਆਂ ਦੇ ਬੁਰਕੇ ਤਥਾ ਕੱਪੜੇ ਇਸ ਕਹਿਰ ਵਿੱਚ ਸਿਰਾਂ ਤੋਂ ਪੈਰਾਂ ਤੱਕ ਪਾਟ ਗਏ ਅਤੇ ਕਈ ਮਾਰ ਕੇ ਮਸਾਣਾਂ ਵਿੱਚ ਜਾ ਵਸੀਆਂ। ਜਿਨ੍ਹਾਂ ਇਸਤਰੀਆਂ ਦੇ ਪਤੀ ਲੜਾਈ ਵਿੱਚ ਮਾਰੇ ਗਏ ਉਹ ਜਦ ਘਰ ਨਾ ਆਏ ਤਾਂ ਉਹਨਾਂ ਦੀ ਰਾਤ ਬੀਤਣੀ ਹੀ ਔਖੀ ਹੋ ਗਈ। ਵਾਹਿਗੁਰੂ ਆਪ ਹੀ ਸਭ ਕੁਝ ਕਰਦਾ ਤੇ ਕਰਾਉਂਦਾ ਹੈ। ਫਿਰ ਇਹ ਦੁੱਖ ਵਾਰਤਾ ਕਿਸ ਨੂੰ ਸੁਣਾਈਏ? ਜਦ ਇਹ ਦੁੱਖ ਸੁੱਖ ਤੇਰੇ ਹੁਕਮ ਅੰਦਰ ਹੀ ਹੁੰਦਾ ਹੈ ਤਾਂ ਫੇਰ ਹੋਰ ਕਿਸ ਪਾਸ ਜਾ ਕੇ ਰੋਈਏ? ਵਾਹਿਗੁਰੂ ਆਪਣਾ ਹੁਕਮ ਚਲਾ ਕੇ ਪ੍ਰਸੰਨ ਹੁੰਦਾ ਹੈ। ਜੀਵ ਆਪਣੇ ਕਰਮਾਂ ਦਾ ਲਿਖਿਆ ਪਾਉਂਦੇ ਹਨ। ਆਸਾ ਕਾਫੀ ਮਹੱਲਾ ਪਹਿਲਾ ਕਰ 8 ਅਸ਼ਟਪਦੀਆਂ। ਜੈਸੇ ਗੋਇਲੀ ਗੋਇਲੇ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਧ ਹੈ ਘਰ ਬਾਰਾ, ਜਾਗਹਿ ਜਾਗਹਿ ਸੁਤਿਓ ਚੱਲਿਆ ਵਣਜਾਰਾ ਰਹਾਓ,
ਨੀਤ ਨੀਤ ਘਰ ਬਾਂਧੀਐ, ਜੇ ਰਹਿਣਾ ਹੋਈ। ਪਿੰਡ ਪਵੇ ਜਿਉ ਚਲ ਸੀ, ਜੇ ਦਾਣੇ ਕੋਈ। ਉਹੀ ਉਹੀ ਕਿਆ ਕਰਹਿ, ਹੈ ਹੋਸੀ ਸੋਈ। ਤੁਮ ਰੋਵੋਗੇ, ਉਸ ਨੂੰ ਤੁਮ ਕੋ ਕੌਣ ਰੋਈ। ਧੰਦਾ ਪਿਟ ਹੈ ਭਾਈਓ, ਤੁਮ ਕੂੜ ਕਮਾਵਹਿ। ਉਹ ਨਾ ਸੁਣਈ, ਕਤ ਹੀ ਤੁਮ ਲੋਕ ਸੁਣਾਵਹਿ। ਜਿਸ ਤੇ ਸੁੱਤਾ ਨਾਨਕਾ, ਜਾਗਾਏ ਸੋਈ। ਜੇ ਘਰ ਬੂਝੈ ਆਪਣਾ, ਤਾਂ ਨੀਂਦ ਨਾ ਹੋਈ। ਜੇ ਚੱਲਦਾ ਲੈ ਚੱਲਿਆ, ਕਿਛ ਸੰਪੇ ਨਾਲੇ। ਤਾਂ ਤਨ ਸੰਚੈ ਦੇਖ ਕੈ, ਬੂਝੈ ਵਿਚਾਰੇ। ਵਣਜ ਕਰੇ ਮਕਸੂਦ, ਲਹਿ ਮਤ ਪਛੁਤਾਵਹਿ। ਔਗਣ ਛੋਡੈ ਗੁਣ ਕਰੇ, ਐਸੇ ਤਤ ਪ੍ਰਵਾਹ। ਧਰਮ ਭੂਮ ਸਤ ਬੀਜ ਕਰ, ਐਸੀ ਕਿਰਸ ਕਮਾਵਹਿ। ਤਾਂ ਵਾਪਾਰੀ ਜਾਣੀਐ, ਲਾਹਾ ਲੈ ਜਾਵਹਿ। ਕਰਮ ਹੋਵੇ ਸਤਿਗੁਰੂ ਮਿਲੇ, ਬੂਝੇ ਵਿਚਾਰਾ। ਨਾਮ ਵਖਾਣੇ ਸੁਣੇ, ਨਾਮ ਨਾਮੇ ਵਿਵਹਾਰਾ। ਜਿਉ ਲਾਹਾ ਤੋਟਾ, ਤਿਵੇਂ ਵਾਟ ਚਲਦੀ ਆਈ। ਜੋ ਤੁਸ ਭਾਵੇ ਨਾਨਕਾ, ਸਾਈ ਵਡਿਆਈ। ਭਾਵ, ਹੇ ਭਾਈ, ਤੁਹਾਡਾ ਰੋਣਾ ਤੇ ਵਿਰਲਾਪ ਕਰਨਾ ਵਿਅਰਥ ਹੈ। ਇਹ ਸੰਸਾਰ ਇੱਕ ਚਰਗਾਹ ਹੈ, ਜਿੱਥੇ ਚਰਵਾਹਾ ਗਵਾਲਾ ਲੋਕ ਸਮੇਂ ਸਿਰ ਆਉਂਦਾ ਤੇ ਸਮਾਂ ਕੱਟ ਕੇ ਚਲੇ ਜਾਂਦਾ ਹੈ। ਜੇ ਲੋਕ ਇਸ ਚਰਗਾਹ ਪਸ਼ੂਆਂ ਦੀ ਚਰਨ ਜੂਹ ਵਿੱਚ ਘਰ ਬਣਾਉਂਦੇ ਹਨ, ਉਹ ਘਰ-ਬਾਰ ਝੂਠੇ ਹਨ, ਕਿਉਂਕਿ ਉੱਥੇ ਰਹਿਣਾ ਹੀ ਕਿਸੇ ਨਹੀਂ, ਫੇਰ ਘਰ ਕਿਸ ਕੰਮ। ਘਰ ਨੂੰ ਸੰਵਾਰ ਕੇ ਜਦ ਬਣਾਉਣਾ ਠੀਕ ਹੈ, ਜੇਕਰ ਸਦਾ ਇੱਥੇ ਸੰਸਾਰ ਚਰਗਾਹ ਵਿੱਚ ਹੀ ਰਹਿਣਾ ਹੋਵੇ। ਤੁਸੀਂ ਤਾਂ ਉਸ ਨੂੰ ਰੋ ਰਹੇ ਹੋ ਜੋ ਮਰ ਗਿਆ ਹੈ, ਪਰ ਜਦ ਤੁਸੀਂ ਮਰ ਜਾਓਗੇ ਤਦ ਤੁਹਾਨੂੰ ਕੌਣ ਰੋਵੇਗਾ। ਇਹ ਤਾਂ ਤੁਸੀਂ ਦਿਖਾਵੇ ਦਾ ਝੂਠਾ ਰੋਣਾ ਰੋ ਰਹੇ ਹੋ, ਕਿਉਂਕਿ ਮਰਨ ਵਾਲਾ ਤੁਹਾਡੇ ਰੋੜੇ ਨੂੰ ਸੁਣਦਾ ਨਹੀਂ। ਇਹ ਕੇਵਲ ਤੁਸੀਂ ਲੋਕਾਂ ਨੂੰ ਹੀ ਸੁਣਾ ਰਹੇ ਹੋ। ਜੇਕਰ ਮਰਨ ਵਾਲਾ ਆਪਣੀ ਇਕੱਠੀ ਕੀਤੀ ਹੋਈ ਦੌਲਤ ਨਾਲ ਲੈ ਗਿਆ, ਤਾਂ ਤੁਸੀਂ ਵੀ ਇਕੱਠੀ ਕਰੋ। ਨਹੀਂ ਤਾਂ ਇਸ ਦੀ ਵਿਚਾਰ ਕਰਕੇ ਕੁਝ ਸਮਝੋ। ਉਹ ਕੰਮ ਕਰੋ ਜਿਸ ਦਾ ਕੋਈ ਲਾਭ ਮਿਲੇ, ਨਹੀਂ ਤਾਂ ਪਿੱਛੋਂ ਪਛਤਾਓਗੇ। ਬੁਰੇ ਕਰਮ ਛੱਡ ਕੇ ਨੇਕ ਕਰਮ ਕਰੋ, ਤਦ ਸਿਧਾਂਤ ਨੂੰ ਪਾਵੋਗੇ। ਧਰਮ ਦੀ ਧਰਤੀ ਕਰਕੇ ਉਸ ਵਿੱਚ ਸੱਚ ਦਾ ਬੀਜ ਪਾਵੋਗੇ, ਤਦ ਕੁਝ ਲਾਭ ਲੈ ਕੇ ਅੱਗੇ ਜਾਵੋਗੇ। ਚੰਗੇ ਕਰਮ ਹੋਣ ਤਾਂ ਸਤਿਗੁਰੂ ਮਿਲਦਾ ਹੈ, ਤਾਂ ਨਾਮ ਸੁਣਿਆ ਤੇ ਜਪਿਆ ਜਾਂਦਾ ਹੈ। ਜੰਮਣਾ ਤੇ ਮਰਨਾ ਧੁਰ ਤੋਂ ਹੀ ਲਿਖਿਆ ਆ ਰਿਹਾ ਹੈ। ਵਾਹਿਗੁਰੂ ਦੇ ਭਾਣੇ ਵਿੱਚ ਜੋ ਕੁਝ ਹੁੰਦਾ ਹੈ, ਉਸ ਨੂੰ ਚੰਗਾ ਕਰਕੇ ਮੰਨਣਾ ਹੀ ਵਡਿਆਈ ਹੈ। ਇਹ ਸ਼ਬਦ ਉਚਾਰਨ ਕਰਕੇ ਮੁਕਤੀ ਦਾਤਾ ਗੁਰੂ ਜੀ ਬੈਠ ਰਹੇ, ਜਿਨ੍ਹਾਂ ਦੀ ਕਿਰਪਾ ਨਾਲ ਸਾਰਿਆਂ ਦੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋਏ।